हर घर में जल कैसे पहुंचे, हर घर को जल कैसे मिले, पीने का शुद्ध पानी कैसे मिले। और इसलिए आज मैं लाल किले से घोषित करता हूं कि हम आने वाले दिनों में जल जीवन मिशन को लेकर के आगे बढ़ेंगे। ਇਨ੍ਹਾਂ ਸ਼ਬਦਾਂ ਵਿੱਚ ਦੇਸ਼ ਦੀਆਂ ਆਮ ਮਹਿਲਾਵਾਂ ਦੀ ਪੀੜ ਸੀ। ਦੂਰ ਦੁਰਾਡੇ ਪਿੰਡਾਂ ਵਿੱਚ ਜਲ ਸੰਕਟ ਨਾਲ ਜੂਝਦੀਆਂ ਮਾਵਾਂ ਤੇ ਭੈਣਾਂ ਦਾ ਦਰਦ ਸੀ। ਆਮ ਲੋਕਾਂ ਦੇ ਜੀਵਨ ਦੇ ਸੰਘਰਸ਼ ਦਾ ਦੌਰ ਸੀ। ਗੁਜਰਾਤ ਦੇ ਸੋਕਾ ਪ੍ਰਭਾਵਿਤ ਇਲਾਕਿਆਂ ਦੀ ਉਹ ਦਾਸਤਾਂ ਸੀ ਜਿਸ ਨੂੰ ਆਪਣੇ ਰਾਜਨੀਤਕ ਕਾਲਖੰਡ ਦੌਰਾਨ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇੜਿਓਂ ਵੇਖਿਆ ਸੀ। ਉਸ ਕਹਾਣੀ ਦਾ ਮੂਲ ਸੀ ਕਿ ਪੇਂਡੂ ਮਹਿਲਾਵਾਂ ਦੇ ਜੀਵਨ ਦਾ ਵਡਮੁੱਲਾ ਹਿੱਸਾ ਪਾਣੀ ਇਕੱਠਾ ਕਰਨ ਵਿੱਚ ਖਪ ਜਾਂਦਾ ਸੀ। ਇਸ ਵਿੱਚ ਮਹਿਲਾਵਾਂ ਦੀ ਰੋਜ਼ੀ ਰੋਟੀ, ਬੱਚਿਆਂ ਦਾ ਪਾਲਣ ਪੋਸ਼ਣ, ਸਿੱਖਿਆ ਸਾਰੇ ਪਿੱਛੇ ਛੁੱਟ ਜਾਂਦੇ ਸਨ। मुझे आज भी याद है श्री नरेंद्र मोदी जी ने 7 अक्टूबर 2001 को गुजरात के मुख्यमंत्री पद की शपथ ली थी और पहले दिन से ही एक के बाद एक जो उस समय गुजरात की समस्याएं थी उसको हल करने में उन्होंने अपना पूरा जीवन लगा दिया। आपको याद होगा कि उन दिनों कच्छ गुजरात में, सौराष्ट्र में, नॉर्थ गुजरात में बहुत सी जगहों पे टैंकर से पानी की सप्लाई होती थी। इनफैक्ट कई साल ऐसे थे, मुझे आज भी याद है, कि ट्रेन से पानी की सप्लाई होती थी। डेली 2 ट्रेन चलती थी और उससे पानी सप्लाई होती थी। ऐसी विषम परिस्थितियों में तत्कालीन मुख्यमंत्री श्री नरेंद्र मोदी जी ने, मुझे आज भी याद है, उन्होंने एक बात कही कि हम समस्याओं को मैनेज करते हैं, पानी की जो ये समस्या है मैं इसको हमेशा के लिए हल करना चाहता हूँ। ਸੰਨ 2001 ਤੋਂ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾਵਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਸੰਕਲਪ ਲਿਆ। ਕੱਛ ਦਾ ਮਾਰੂਥਲ ਹੋਵੇ ਜਾਂ ਸੌਰਾਸ਼ਟਰ ਦੇ ਪਿੰਡ, ਮਹਿਲਾਵਾਂ ਨੂੰ ਪਾਣੀ ਦੇ ਲਈ ਮੀਲਾਂ ਦਾ ਸਫ਼ਰ ਕਰਦੇ ਉਨ੍ਹਾਂ ਨੇ ਵੇਖਿਆ ਸੀ। ਆਪਣੇ ਰਾਜਨੀਤਕ ਜੀਵਨ ਵਿੱਚ ਯਾਤਰਾਵਾਂ ਦੇ ਦੌਰਾਨ ਤੇਜ਼ ਧੁੱਪ ਦੇ ਕਾਰਨ ਪੈਰਾਂ ਵਿੱਚ ਉਤਰ ਆਏ ਉਨ੍ਹਾਂ ਛਾਲਿਆਂ ਤੋਂ ਉੱਠਦੇ ਆਮ ਲੋਕਾਂ ਦੇ ਦਰਦ ਨੂੰ ਉਨ੍ਹਾਂ ਨੇ ਮਹਿਸੂਸ ਕੀਤਾ ਸੀ। ਸੀਐਮ ਮੋਦੀ ਸੱਤਾ ਦੀ ਵਾਗਡੋਰ ਸੰਭਾਲਦੇ ਹੀ ਸੰਨ 2001 ਵਿੱਚ ਨਿਕਲ ਪਏ ਪਾਣੀ ਦੀ ਸਮੱਸਿਆ ਸੁਲਝਾਉਣ ਅਤੇ ਮਾਵਾਂ ਭੈਣਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ। ਵਾਸਮੋ ਨਾਂ ਦੀ ਸੰਸਥਾ ਬਣਾਈ ਗਈ। ਪਹਿਲੀ ਵਾਰ ਦੇਸ਼ ਵਿੱਚ ਜਲ ਕਮੇਟੀ ਬਣੀ ਜੋ ਕੁਝ ਹੀ ਸਾਲਾਂ ਬਾਅਦ ਹਰ ਪਿੰਡ ਤੱਕ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਣ ਲੱਗੀ। ਯਾਦ ਰਹੇ, ਪਾਣੀ ਕਮੇਟੀ ਦੇ ਇਸ ਯਤਨ ਨੂੰ 2009 ਵਿੱਚ ਸੰਯੁਕਤ ਰਾਸ਼ਟਰ ਪਬਲਿਕ ਸਰਵਿਸ ਅਵਾਰਡ ਨਾਲ सम्मानित किया गया। मुख्यमंत्री बनने से पहले सामाजिक और राजनीतिक जीवन जो उनका था एक परिव्राजक की तरह रहा, जहां उन्होंने यायावर की तरह घूमते हुए समाज को के विभिन्न पक्षों को देखा, उनके दर्द को महसूस किया। कर्मभूमि गुजरात होने के नाते और जन्मभूमि गुजरात होने के नाते गुजरात का एक बहुत बड़ा भाग जो राजस्थान से लगता हुआ है, उस भूभाग की भौगोलिक परिस्थितियां, पानी की कमी और पीने के पानी की पूरी उपलब्धता न होने के कारण से समाज पर पड़ने वाले उसके दुष्प्रभाव, महिलाओं के जीवन में उसके कारण से होने वाली कठिनाई को बहुत करीब से देखा था, उस दर्द को महसूस किया था। ਉਹ ਵਕਤ ਗੁਜ਼ਰੇ ਜ਼ਿਆਦਾ ਦਿਨ ਨਹੀਂ ਹੋਏ ਜਦੋਂ ਗੁਜਰਾਤ ਦੇ ਨਵਸਾਰੀ, ਭੁਜ, ਸੌਰਾਸ਼ਟਰ, ਸੂਰਤ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਮਹਿਲਾਵਾਂ ਨੂੰ ਹਫ਼ਤੇ ਵਿੱਚ 1 ਦਿਨ ਪਾਣੀ ਮਿਲਦਾ ਸੀ। ਸੰਘਰਸ਼ ਦਾ ਉਹ ਦੌਰ ਗੁਜਰਾਤ ਅੱਜ ਤੱਕ ਨਹੀਂ ਭੁੱਲਿਆ। ਜਦੋਂ ਰਾਤ ਵਿੱਚ ਮਹਿਲਾਵਾਂ ਲੰਮੀ ਕਤਾਰ ਬਣਾ ਕੇ ਖੂਹਾਂ ਤੱਕ ਪਹੁੰਚਦੀਆਂ ਸਨ, ਸੁੰਨੇ ਖੂਹ ਤੱਕ ਪਹੁੰਚਣ ਵਿੱਚ ਖਤਰਾ ਵੀ ਬਹੁਤ ਹੁੰਦਾ ਸੀ ਤੇ ਮਨ ਵਿੱਚ ਡਰ ਵੀ ਰਹਿੰਦਾ ਸੀ। ਇਲਾਕੇ ਵਿੱਚ ਕੱਪੜੇ ਤਲਾਬਾਂ ਵਿੱਚ ਸਾਫ਼ ਕੀਤੇ ਜਾਂਦੇ ਸਨ। ਇੱਥੋਂ ਦੇ ਪਿੰਡਾਂ ਦੀਆਂ ਮਹਿਲਾਵਾਂ ਦੀ ਜੋ ਆਪਸੀ ਰੰਜਿਸ਼ ਸੀ, ਸਾਰੇ ਤਾਰ ਪਾਣੀ ਨਾਲ ਜੁੜੇ ਸਨ। ਪਟਗਾਮ ਦੇ ਲੋਕ ਆਪਣਾ ਤਜਰਬਾ ਸੁਣਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਵਾਸਮੋ ਨੇ 2000 ਦੀ ਆਬਾਦੀ ਵਾਲੇ ਪਟਗਾਮ ਦਾ ਦੌਰਾ ਕੀਤਾ ਤਾਂ ਪਿੰਡ ਦੀਆਂ ਮਹਿਲਾਵਾਂ ਸਵਾਗਤ ਦੇ ਨਾਲ ਸ਼ਿਕਾਇਤ ਵੀ ਲੈ ਕੇ ਤਿਆਰ ਖੜੀਆਂ ਸਨ। ਪਰ ਵਾਸਮੋ ਨੇ ਦੇਰ ਨਹੀਂ ਲਗਾਈ। ਪਿੰਡ ਵਿੱਚ ਹਰ ਘਰ ਪਾਣੀ ਪਹੁੰਚਾਉਣ ਲਈ
ਤਕਰੀਬਨ 24 ਲੱਖ ਦਾ ਬਜਟ ਬਣਾਇਆ, ਜਿਸ ਵਿੱਚ ਜਨਤਾ ਦੀ ਭਾਗੀਦਾਰੀ ਦੇ ਜ਼ਰੀਏ ਓਲਪਾੜ ਤਹਿਸੀਲ ਦੇ ਪਟਗਾਮ ਦੇ ਸਾਰੇ 372 ਘਰਾਂ ਵਿੱਚ ਨਲ ਰਾਹੀਂ ਪੀਣ ਵਾਲਾ ਪਾਣੀ ਪਹੁੰਚਾ ਦਿੱਤਾ। टाकी लगाई हुए है ना, उधर से कनेक्शन लिया है, उधर घर घर नल लगवाया है। अब सुविधा अच्छी है, दूर दूर तक पानी भरने नहीं जाना पड़ता। પાણીની સમસ્યા હતી પહેલાં, ફિર નળ આવ્યા તો પાણીની કમ થઈ ગઈ। ਯਾਦ ਕਰੋ, ਸੰਨ 2000 ਤੋਂ ਪਹਿਲਾਂ ਤੱਕ ਅਹਿਮਦਾਬਾਦ ਦੇ ਵਿੱਚੋਂ ਵਿੱਚ ਦੀ ਵਗਣ ਵਾਲੀ ਸਾਬਰਮਤੀ ਨਦੀ ਸ਼ਹਿਰ ਦੇ ਕੂੜੇ ਨੂੰ ਢੋਂਦਿਆਂ ਨਾਲੇ ਵਿੱਚ ਤਬਦੀਲ ਹੋ ਗਈ ਸੀ। ਨਦੀ ਦੇ ਦੋਹੇਂ ਕੰਢਿਆਂ ਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਸੀ। ਅੱਜ ਗਾਂਧੀ ਜੀ ਦੇ ਸਾਬਰਮਤੀ ਆਸ਼ਰਮ ਆਉਣ ਵਾਲੇ ਦੁਨੀਆ ਦੇ ਤਮਾਮ ਰਾਜਨੇਤਾ ਅਤੇ ਸੈਲੀਬ੍ਰਿਟੀ ਸਾਬਰਮਤੀ ਰਿਵਰ ਫਰੰਟ ਦੀ ਸੁੰਦਰਤਾ ਨਿਹਾਰਨ ਲਈ ਕੁਝ ਪਲ ਜ਼ਰੂਰ ਬਿਤਾਉਂਦੇ ਹਨ। ਇਹ ਮੋਦੀ ਦਾ ਸੰਕਲਪ ਸੀ, ਜਿਨ੍ਹਾਂ ਨੇ ਨਾ ਕੇਵਲ ਸਾਬਰਮਤੀ ਵਰਗੀਆਂ ਨਦੀਆਂ ਵਿੱਚ ਸਾਲ ਭਰ ਪਾਣੀ ਯਕੀਨੀ ਬਣਾਇਆ, ਬਲਕਿ ਨਦੀ ਮੁੜ ਸੁਰਜੀਤ ਵੀ ਹੋਈ। 2017 ਵਿੱਚ ਦੇਸ਼ ਦੇ ਪਹਿਲੇ ਸੀ ਪਲੇਨ ਨੇ ਇਸੇ ਸਾਬਰਮਤੀ ਤੋਂ ਉਡਾਨ ਭਰੀ ਸੀ। साबरमती फ्रंट जो है एक टूरिस्ट स्पॉट बन गया है। तो इस तरह से ये सारी चीज़ें जो हुई हैं, ग्राउंड वाटर रिचार्ज हुआ है, और जो रेड जोन्स थे वो अभी अब वहाँ पानी की दिक्कत नहीं है। ग्राउंड वाटर इज़ अवेलेबल कोपियस इन दी एबंडेंस। तो ये तमाम चीज़ें जो है वो वाटर मैनेजमेंट के एक अद्भुत मॉडल की तरफ इशारा करता है। ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦਾ ਪੇਰਾ ਪਿੰਡ ਨਮੂਨਾ ਹੈ, ਜਿੱਥੇ ਪਾਣੀ ਦੀ ਉਪਲਬਧਤਾ ਨੇ ਪੇਂਡੂ ਆਬਾਦੀ ਨੂੰ ਆਰਥਿਕ ਰੂਪ ਤੋਂ ਖੁਸ਼ਹਾਲ ਬਣਾਇਆ ਹੈ। ਪਾਣੀ ਦੀ ਕਿੱਲਤ ਦੇ ਬਾਅਦ ਸਾਲ 1994 ਤੋਂ ਹੀ ਪਿੰਡ ਵਿੱਚ ਭਾਈਚਾਰਕ ਜਲ ਦੇ ਲਈ ਕੰਮ ਸ਼ੁਰੂ ਹੋ ਗਿਆ ਸੀ। ਪਿੰਡ ਵਿੱਚ ਤਲਾਬ ਤਿਆਰ ਹੋਣ ਲੱਗੇ ਸਨ। ਸਵਜਲ ਧਾਰਾ ਯੋਜਨਾ ਨਾਲ ਪਿੰਡ ਵਿੱਚ ਪਾਣੀ ਦੀ ਉਪਲਬਧਤਾ ਯਕੀਨੀ ਹੋਈ ਤਾਂ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਰੋਜ਼ੀ ਰੋਟੀ ਦਾ ਸਾਧਨ ਬਣਨ ਲੱਗਿਆ। ਦੇਖਦੇ ਹੀ ਦੇਖਦੇ ਪੇਂਡੂ ਆਬਾਦੀ ਦੇ ਘਰ ਦੁੱਧ ਉਤਪਾਦਨ ਰੋਜ਼ੀ ਰੋਟੀ ਦਾ ਜ਼ਰੀਆ ਬਣ ਗਿਆ, ਜੋ ਬਾਅਦ ਵਿੱਚ ਗੁਜਰਾਤ ਵਿੱਚ ਸ਼ਵੇਤ ਕ੍ਰਾਂਤੀ ਨੂੰ ਮਜ਼ਬੂਤ ਬਣਾਉਣ ਵਿੱਚ ਕਾਫੀ ਮਦਦਗਾਰ ਸਾਬਿਤ ਹੋਇਆ। ਜਲ ਜੀਵਨ ਮਿਸ਼ਨ ਦੇ ਐਲਾਨ ਦੇ ਨਾਲ ਹੀ ਤਕਰੀਬਨ 450 ਪਰਿਵਾਰਾਂ ਵਾਲੇ ਇਸ ਪਿੰਡ ਵਿੱਚ ਘਰ-ਘਰ ਪਾਈਪ ਦੇ ਰਾਹੀਂ ਪਾਣੀ ਦੀ ਸਹੂਲਤ ਵੀ ਪਹੁੰਚ ਗਈ ਹੈ। पशुपालन बड़ा है। पानी उपलब्ध होने से, पानी मिलने से, टाइम से पानी मिलने से लोगों ने खेती के साथ दूसरा व्यवसाय जो पसंद किया वो पशुपालन है, और पशुपालन के माध्यम से उन्होंने एक दूसरी आमदनी इनकम डेवलप की है, और जो उसके घर खर्च में उनको मदद करती है, और जो खेती की किसानी की जो आमदनी होती है वो उनके पास जमा रहती है। ਜਲ ਸੰਕਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਨੇ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਮਿਸ਼ਨ ਦੇ ਜ਼ਰੀਏ ਇਹ ਯਕੀਨੀ ਹੋਵੇਗਾ ਕਿ ਸਾਡੇ ਹਰ ਘਰ ਵਿੱਚ ਪਾਣੀ ਕਿਵੇਂ ਪਹੁੰਚੇ, ਹਰ ਖੇਤ ਨੂੰ ਪਾਣੀ ਕਿਵੇਂ ਮਿਲੇ। ਵਾਟਰ ਗਵਰਨੈਂਸ ਦੇ ਆਪਣੇ ਤਜਰਬੇ ਤੋਂ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੱਛ ਅਤੇ ਮਾਰੂਥਲੀ ਇਲਾਕਿਆਂ ਵਿੱਚ ਹਰਿਆਲੀ ਵਾਪਸ ਲਿਆਂਦੀ ਸੀ। 2019 ਵਿੱਚ ਇਸੇ ਵਾਟਰ ਗਵਰਨੈਂਸ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਮੁਲਕ ਨੂੰ ਜੋੜਿਆ ਅਤੇ ਜਲ ਸ਼ਕਤੀ ਮੰਤਰਾਲੇ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਯਤਨ ਤੇਜ਼ ਕੀਤੇ। हमारे संस्थापकों ने, दीनदयाल जी और श्यामा प्रसाद जी ने उसके मार्ग को भी एक स्पष्ट रूप से डिफाइन किया था कि समाज में अंतिम पंक्ति में खड़े व्यक्ति के जीवन में परिवर्तन ला करके उसको समर्थ, सबल और सशक्त करके ही सशक्त राष्ट्र का निर्माण किया जा सकता है। इंक्लूसिव डेवलपमेंट के माध्यम से हम देश को आगे बढ़ा सकते हैं, और उसी दर्शन पर आधारित माननीय प्रधानमंत्री जी के सारे कार्यक्रम हैं। ਮੋਦੀ ਸਰਕਾਰ ਨੇ 3.5 ਲੱਖ ਕਰੋੜ ਰੁਪਏ ਤੋਂ ਵੀ ਵੱਧ ਰਕਮ ਇਸ ਮਿਸ਼ਨ ਦੇ ਲਈ ਖਰਚ ਕਰਨ ਦਾ ਸੰਕਲਪ ਲਿਆ ਹੈ। ਨਾਲ ਹੀ ਸਾਲ 2024 ਤੱਕ ਇਸ ਨੂੰ ਪੂਰਾ ਕਰਨ ਦੀ ਵਚਨਬੱਧਤਾ ਜਤਾਈ ਹੈ। ਭਾਵ ਸਵੱਛ ਭਾਰਤ ਦੇ ਬਾਅਦ ਜਲ ਜੀਵਨ ਮਿਸ਼ਨ ਸਮਾਜਿਕ ਭਾਗੀਦਾਰੀ ਦਾ ਇੱਕ ਹੋਰ ਅੰਦੋਲਨ ਬਣ ਕੇ ਸਾਹਮਣੇ ਆਇਆ ਹੈ।
शहर से बिलोंग करती हूँ और बाय चांस मेरी जो शादी है एक गांव में हो गई। और गांव में आने के बाद मुझे पता लगा कि लोगों की कैसी मारामारी थी पानी को लेकर। 2002 में मेरी शादी थी और उस टाइम पे मैंने इस चीज़ को फेस किया था। मटका लेकर जाना, महिलाओं का आपस में गाली गलौज, लड़ना, लाइन लगाना, और तो और दूर कुओं से पानी लेकर आना, पीने का अलग पानी लेकर आना, घर में कपड़े धोने का अलग पानी लेकर आना, इन सब चीज़ों की बहुत ज़्यादा दिक्कत थी। जल जीवन मिशन के तहत जो गांव में टूटियां लगी हुई हैं उनमें साफ़ सुथरा पानी आता है जी। और जो पहले दिक्कत थी कि रात को औरतें 2-2 घंटे 4-4 घंटे लाइन में लगी रहती थी, उसके लिए अब संकट दूर हो गया। औरतों का जी अब सुबह शाम 3 टाइम पानी आता है जी। पहले पानी की बहुत समस्याएं होती थी, खेत जाना पड़ता था, कुएं से लाना पड़ता था, मम्मी वगैरह बहुत परेशान होती थी। अब जल जीवन मिशन के कारण घर घर पानी पहुंच रहा है और पानी पाइपलाइन लग गई है तो पानी भी पर्याप्त आ जाता है। ਵੇਖਦੇ ਹੀ ਵੇਖਦੇ ਪਿੰਡ ਦਰ ਪਿੰਡ ਪਾਣੀ ਦੇ ਪਾਈਪਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਹੈ। ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਰ ਪੇਂਡੂ ਪਰਿਵਾਰ ਨੂੰ ਜਲ ਨਲ ਕਨੈਕਸ਼ਨ ਮੁਹੱਈਆ ਕਰਾਉਣ ਦੀ ਕਾਰਜ ਯੋਜਨਾ ਤਿਆਰ ਕਰ ਲਈ ਹੈ। ਮੁਸ਼ਕਿਲ ਪਹਾੜੀ ਇਲਾਕਿਆਂ ਵਿੱਚ ਲੀਹਾਂ ਦੇ ਸਹਾਰੇ ਪਾਣੀ ਲਿਆਉਂਦੀਆਂ ਮਹਿਲਾਵਾਂ ਦੀ ਜ਼ਿੰਦਗੀ ਮੁਸ਼ਕਿਲ ਨਾਲ ਗੁਜ਼ਰ ਰਹੀ ਸੀ, ਪਰ ਅੱਜ ਜਲ ਜੀਵਨ ਮਿਸ਼ਨ ਦੇ ਜ਼ਰੀਏ ਨਲ ਰਾਹੀਂ ਜਲ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਦਾਊਤੀ ਪਿੰਡ ਦੀ ਯਸ਼ੋਦਾ ਦੇਵੀ 85 ਸਾਲ ਦੀ ਉਮਰ ਜਿਉਂ ਚੁੱਕੀ ਹੈ। ਯਸ਼ੋਦਾ ਖੁਦ ਦੱਸਦੀ ਹੈ ਕਿ ਪਾਣੀ ਦੇ ਲਈ ਕੀ ਸਿਤਮ ਨਹੀਂ ਸੀ ਝੱਲਣਾ ਪੈਂਦਾ। ਦੇਰ ਰਾਤ ਤੋਂ ਹੀ ਪਾਣੀ ਦੀ ਜੁਗਤ ਵਿੱਚ ਪਹਾੜਾਂ ਦੀਆਂ ਚੋਟੀਆਂ ਨਾਪਣ ਜਾਂਦੀ ਸੀ ਤਾਂ ਜਾ ਕੇ ਮਿਲਦਾ ਸੀ ਗਲਾ ਗਿੱਲਾ ਕਰਨ ਲਈ ਪਾਣੀ। बहुत दूर से लेते थे, रात को भी नींद नहीं आनी से कहीं बावड़ी में मिल जाए 2 बजे 3 बजे 4 बजे उठ के मिट्टी के बर्तन, फटे हुए बर्तन, पानी नाले में मिलता था। पर अब तो जितना मर्जी उतना खींचते, कपड़े रोज़ धोती है। हमारे तो 1 हफ्ते में धोने पड़ते थे कपड़े भी, फिर लगता था टाइम खड्ड में जाने को। आज की तारीख में हिमाचल प्रदेश जो है पूरे देश भर में जल जीवन मिशन में हर घर को नल और नल में शुद्ध जल, ये इस अभियान के साथ हम आगे बढ़ रहे हैं। और हिमाचल प्रदेश वैसे प्रदेशों में से है जहाँ जो केंद्र ने जो अच्छा काम करने वाले प्रदेशों के लिए जो इंसेंटिव रखे थे, उस इंसेंटिव की सारी जो किस्तों को हमने जो है हिमाचल प्रदेश ने अवेल किया है। ਦੇਸ਼ ਦੇ ਦੂਰ ਦੁਰਾਡੇ ਪੂਰਬ ਉੱਤਰ ਸੂਬਿਆਂ ਵਿੱਚ ਵੀ ਦੁਸ਼ਵਾਰੀਆਂ ਘੱਟ ਨਹੀਂ ਸਨ। ਪਾਣੀ ਦੇ ਲਈ ਪਹਾੜਾਂ ਦੀ ਇੱਕ ਚੋਟੀ ਤੋਂ ਦੂਜੀ ਦੀ ਮੁਸ਼ਕਿਲ ਚੜ੍ਹਾਈ ਕਰਨੀ ਪੈਂਦੀ ਸੀ, ਪਰ ਅੱਜ ਤਸਵੀਰ ਬਦਲੀ ਹੈ। ਪੂਰਬ ਉੱਤਰ ਸੂਬਿਆਂ ਨੇ ਜਲ ਜੀਵਨ ਮਿਸ਼ਨ ਦੇ ਆਪਣੇ ਟੀਚੇ ਨੂੰ ਹਾਸਲ ਕੀਤਾ ਹੈ। ਅਰੁਣਾਚਲ ਵਿੱਚ ਅਜਿਹਾ ਹੀ ਨਮੂਨਾ ਦੇਖਣ ਨੂੰ ਮਿਲਦਾ ਹੈ, ਜਿੱਥੇ ਪੇਂਡੂ ਘਰਾਂ ਵਿੱਚ ਨਲ ਦੇ ਪਾਣੀ ਦਾ ਕਨੈਕਸ਼ਨ ਦੇਣ ਦੇ ਉਦੇਸ਼ ਨਾਲ ਲਗਭਗ 2000 ਕਰੋੜ ਰੁਪਏ ਖਰਚ ਕੀਤੇ ਗਏ ਹਨ। जहाँ तक पूर्वोत्तर राज्यों का प्रश्न है, सिक्किम मैंने आपके सामने उदाहरण रखा कि सिक्किम में लगभग 80% घरों तक पीने का पानी पहुँच चुका है। लेकिन सिक्किम के अतिरिक्त भी 7 पूर्वोत्तर राज्य, असम जो मैंने कहा कि जहाँ अभी चुनौती बड़ी है, लेकिन शेष बचे हुए 6 राज्यों में से 6 राज्यों में बहुत उत्कृष्ट प्रदर्शन किया है। ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 15 ਅਗਸਤ 2019 ਤੱਕ ਦੇਸ਼ ਦੇ 19 ਕਰੋੜ ਪਰਿਵਾਰਾਂ ਵਿੱਚੋਂ ਕੇਵਲ 3.3 ਕਰੋੜ ਪਰਿਵਾਰਾਂ ਤੱਕ ਹੀ ਨਲ ਦੇ ਜ਼ਰੀਏ ਪਾਣੀ ਦੀ ਸੁਵਿਧਾ ਸੀ। ਤਾਜ਼ਾ ਰਿਪੋਰਟ ਦੇ ਮੁਤਾਬਕ ਤਕਰੀਬਨ 8.16 ਕਰੋੜ ਪਰਿਵਾਰਾਂ ਤੱਕ ਨਲ ਦੇ ਰਾਹੀਂ ਜਲ ਦੀ ਸਹੂਲਤ ਪਹੁੰਚ ਚੁੱਕੀ ਹੈ। ਗੱਲ ਜੇਕਰ ਸੂਬਿਆਂ ਦੀ ਕਰੀਏ ਤਾਂ ਗੋਆ, ਤੇਲੰਗਾਨਾ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਪੌਂਡੀਚੇਰੀ ਤੇ ਦਮਨਦੀਪ ਵਰਗੇ ਸੂਬਿਆਂ ਨੇ 100% ਘਰਾਂ ਵਿੱਚ ਇਹ ਸਹੂਲਤ ਪਹੁੰਚਾ ਦਿੱਤੀ ਹੈ। हमने पिछले इस 21 महीने के कालखंड में 4 करोड़ और 85 लाख कनेक्शंस देने में सफलता प्राप्त की है। जो आंकड़ा 3 करोड़ 23 लाख था वो बढ़कर के 8 करोड़ 15 लाख को छू चुका है, को पार कर चुका है। और रोज़ाना लगभग हम 1 लाख कनेक्शंस औसत के दर से कनेक्शंस प्रोवाइड कर रहे हैं।
ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ ਵਿੱਚ ਜਾਪਾਨੀ ਇਨਸੈਫੇਲਾਈਟਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਚਲੀਆਂ ਜਾਂਦੀਆਂ ਸਨ। ਉੱਥੇ ਤਰਜੀਹ ਦੇ ਆਧਾਰ ਤੇ ਨਲ ਰਾਹੀਂ ਜਲ ਪਹੁੰਚਾਉਣ ਦਾ ਕੰਮ ਜ਼ੋਰਾਂ ਤੇ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ 23,000 ਤੋਂ ਵੱਧ ਪਿੰਡਾਂ ਵਿੱਚ ਨਲ ਦੇ ਜ਼ਰੀਏ ਪਾਣੀ ਪਹੁੰਚਾਉਣ ਦਾ ਕੰਮ ਪ੍ਰਗਤੀ ਤੇ ਹੈ। ਨਾਲ ਹੀ ਦੇਸ਼ ਦੇ ਲਗਭਗ ਸਾਰੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਜਲ ਜੀਵਨ ਮਿਸ਼ਨ ਦੇ ਜ਼ਰੀਏ ਨਲ ਤੋਂ ਜਲ ਦੀ ਪੂਰਤੀ ਹੋਣ ਲੱਗੀ ਹੈ। ਹੁਣ ਤੱਕ ਦੇਸ਼ ਵਿੱਚ 7.5 ਲੱਖ ਤੋਂ ਵੱਧ ਸਕੂਲਾਂ ਅਤੇ 8 ਲੱਖ ਆਂਗਨਵਾੜੀ ਕੇਂਦਰਾਂ ਵਿੱਚ ਨਲ ਦਾ ਸ਼ੁੱਧ ਜਲ ਬੱਚਿਆਂ ਨੂੰ ਮਿਲਣ ਲੱਗਿਆ ਹੈ। हमें स्कूल जाने में भी काफ़ी दिक्कत आती थी, क्योंकि पानी भरना होता था तो लेट हो जाते थे स्कूल जाने के लिए। तो घर वाले कहते थे पानी भर के लाओ, तो वो लाने के चक्कर में हमारा स्कूल मिस हो जाता था। इस वजह से हमारी पढ़ाई भी काफ़ी ज़्यादा ख़राब हो रही थी। और अब जो है हमारे घर में नल का लग चुका है, 2 टाइम पानी आ रहा है, सुबह शाम। हमें पानी लेने के लिए काफ़ी दूर दूर तक जाना पड़ता था, कभी दरिया में, कभी बोली में, कभी कहीं हमें जाना पड़ता था। तो हमें बहुत परेशानी हुआ करती थी। लेकिन हमारे घर में कोई अगर गेस्ट भी आ जाए ना, हमें सबसे पहले बस यही टेंशन थी हम पानी की मैनेजमेंट कैसे करें। चलो पानी तो लाना हमारी मजबूरी है, हमें तो जाना ही है, लेकिन कई बार हमें डर भी लगता था रास्ते में कि अब शाम हो चुकी है, कैसे हम जाएं। ਗੱਲ ਜੇਕਰ ਪਿਛੜੇ ਜ਼ਿਲ੍ਹਿਆਂ ਦੀ ਕਰੀਏ ਤਾਂ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਤਹਿਤ 117 ਜ਼ਿਲ੍ਹਿਆਂ ਵਿੱਚ ਜਲ ਜੀਵਨ ਮਿਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ। ਮਿਸ਼ਨ ਦੇ ਐਲਾਨ ਦੇ ਸਮੇਂ ਸਿਰਫ 7% ਘਰਾਂ ਵਿੱਚ ਨਲ ਰਾਹੀਂ ਪਾਣੀ ਆਉਂਦਾ ਸੀ, ਜਦਕਿ ਤਾਜ਼ਾ ਅੰਕੜਿਆਂ ਦੇ ਮੁਤਾਬਕ 31.37% ਘਰਾਂ ਵਿੱਚ ਨਲ ਰਾਹੀਂ ਪਾਣੀ ਦੀ ਪੂਰਤੀ ਹੋ ਚੁੱਕੀ ਹੈ। पहले बहुत परेशान थे पानी में, कम से कम 10-15 साल पहले से, जिसके बाद में नल पे आते थे, बहुत गंदा पानी रहता था वहाँ। अब जल जीवन मिशन से हम बहुत फ़ायदा है और पानी पूरा लाभदायक है। बुंदेलखंड वासियों के लिए वरदान साबित होगी, क्योंकि बुंदेलखंड में पानी की बहुत ज़्यादा कमी। यहाँ गर्मियों में तो ये हालत हो जाती है कि दूर दराज से पानी लाना पड़ता है और ज़मीन में नल भी जवाब दे जाते हैं। इस वजह से अगर ये घर घर योजना जल मिशन तहत के से पहुँच रही है तो वो मेरी समझ में कि ये वरदान साबित होगी बुंदेलखंड के लिए। ਜਲ ਜੀਵਨ ਮਿਸ਼ਨ ਵਿੱਚ ਸਰਕਾਰ ਨੇ ਵਾਟਰ ਕੁਆਲਿਟੀ ਮੈਨੇਜਮੈਂਟ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਦੇ ਲਈ ਪੂਰੇ ਦੇਸ਼ ਵਿੱਚ 2000 ਤੋਂ ਵੱਧ ਪ੍ਰਯੋਗਸ਼ਾਲਾਵਾਂ ਬਣੀਆਂ ਹਨ। ਕੋਈ ਵੀ ਵਿਅਕਤੀ ਘਰ ਬੈਠੇ अपने घर विच आ रहे पानी दी गुणवत्ता दी जांच करवा सकता है। अगर हम चाहें कि हम अपना पानी टेस्ट करना चाहें तो किस तरीके से कर सकते हैं? देखिए, ये एक फील्ड टेस्टिंग किट है जो हम गांव में अक्सर लोगों को बांटते हैं, अपने कंज्यूमर्स को, ताकि वो अपना पानी खुद टेस्ट कर सकें। उसमें क्या होता है, आपके एक निशान बना हुआ है इस फील्ड टेस्टिंग किट में। आपने वहाँ तक अपना पानी, जो ताज़ा पानी है, उस पानी को लेके उसको भर के और कहीं अंधेरी जगह पर रखना है जहाँ पर सीधी सनलाइट ना लगे। 48 घंटे तक, 24 से 48 घंटे आप रख सकते हैं। उसके बाद आपने उस पानी को देखना है कि अगर वो पानी पीलेपन पे है तो समझिए आपके पानी में किसी तरह का कोई बैक्टीरिया नहीं है और पानी बिल्कुल सेफ है पीने के लिए। ਨਮਾਮੇ ਦੇਵੀ ਨਰਮਦੇ ਅਤੇ ਨਮਾਮੇ ਗੰਗੇ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਦੀਆਂ ਦੇ ਪ੍ਰਤੀ ਡੂੰਘੀ ਆਸਥਾ ਦਾ ਐਲਾਨ ਹੈ। ਨਮਾਮੇ ਦੇਵੀ ਨਰਮਦੇ ਦਾ ਆਰੰਭ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਰਮਦਾ ਸੇਵਾ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਨਦੀਆਂ ਦੀ ਸੰਭਾਲ ਲਈ ਸਮਾਜਿਕ ਭਾਗੀਦਾਰੀ ਬਣੇ। ਯਾਦ ਕਰੋ, 60 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸਰਦਾਰ ਸਰੋਵਰ ਪ੍ਰੋਜੈਕਟ ਸਾਲਾਂ ਤੱਕ ਲਮਕਦਾ ਰਿਹਾ, ਪਰ ਗੁਜਰਾਤ ਦੇ ਮੁੱਖ ਮੰਤਰੀ ਬਣਦਿਆਂ ਹੀ ਨਰਿੰਦਰ ਮੋਦੀ ਨੇ ਇਸ ਚੁਣੌਤੀ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਉਸ ਨੂੰ ਪੂਰਾ ਕਰ ਦਿਖਾਇਆ। ਸਰਦਾਰ ਸਰੋਵਰ ਪ੍ਰੋਜੈਕਟ ਲੱਖਾਂ ਕਿਸਾਨਾਂ ਲਈ वरदान सिद्ध होया है। मध्य प्रदेश और गुजरात के बीच में जो डिफरेंसेस थे तो उनको सॉर्ट आउट करने के लिए फिर नर्मदा वाटर डिस्प्यूट ट्रिब्यूनल बनाई गई, जिन्होंने फिर इसके जो पैरामीटर्स हैं, जैसे ऊंचाई कितनी होनी चाहिए, उसमें स्टोरेज कितना होना चाहिए, पानी का बंटवारा कैसे होना चाहिए, ये सब उन्होंने डिसाइड करके 1979 में उन्होंने अपना फाइनल डिसीजन दे दिया। ऐसे कामों को करना हमारे फेडरल पॉलिटी में बहुत ज़्यादा चैलेंजेस होते हैं। सरदार सरोवर की अहम भूमिका रही है। आपको मालूम है कि सरदार सरोवर विवादों से घिरा हुआ प्रोजेक्ट था। कई तरह की समस्याएं थी उसमें, और इसको जो है वो इसका पूरा होना
जल क्षेत्र के लिए एक बहुत बड़ी उपलब्धि है। ਗੰਗਾ, ਯਮੁਨਾ ਅਤੇ ਨਰਮਦਾ ਵਰਗੀਆਂ ਵੱਡੀਆਂ ਨਦੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਛੋਟੀਆਂ ਅਤੇ ਸਹਾਇਕ ਨਦੀਆਂ ਨੂੰ ਵੀ ਸਾਫ਼-ਸੁਥਰਾ ਕਰਨ ਤੇ ਜ਼ੋਰ ਦਿੱਤਾ। ਨਦੀਆਂ ਨੂੰ ਜੋੜਨ ਦੀ ਯੋਜਨਾ ਨਾਲ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਲੱਖਾਂ ਏਕੜ ਖੇਤਾਂ ਵਿੱਚ ਪਾਣੀ ਪਹੁੰਚਿਆ ਹੈ। कच्छ के एरिया में देखिए कि जहाँ पर लोगों को पानी क्या है उसकी पता ही नहीं थी, उस एरिया में भी इसकी जो ड्रिंकिंग वाटर और जो पानी की जो सुविधाएं हैं वो उनको मिलने लगी हैं। वो एक बहुत बड़ा अचीवमेंट है उनका। जो ये वाला जो था कि जैसे चेक डैम्स वगैरह बनाने का और जो ये जो उनकी जो स्कीम्स थी, वो स्कीम्स में काफ़ी फ़ायदा रहा है, क्योंकि उससे जो खास करके जो सौराष्ट्र और इस तरीके के जो इलाके हैं जहाँ पर कि पानी का बड़ा स्रोत नहीं है, तो वहाँ पर नदियों में चेक डैम बना के कम्युनिटी लेवल पे छोटा छोटा इरिगेशन वगैरह डेवलप करना, वो एक अच्छा प्रावधान था और उसके अच्छे फ़ायदे भी दिख रहे हैं। 2014 ਵਿੱਚ ਜਦੋਂ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਹੋਈ ਸੀ, ਉਦੋਂ ਪ੍ਰਧਾਨ ਮੰਤਰੀ ਨੇ ਧੀਆਂ ਅਤੇ ਮਾਵਾਂ ਦੀਆਂ ਪਰੇਸ਼ਾਨੀਆਂ ਖਤਮ ਕਰਨ ਦਾ ਸੰਕਲਪ ਲਿਆ ਸੀ। ਸਾਲ 2019 ਵਿੱਚ ਦੇਸ਼ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਇਆ। ਉਸੇ ਤਰਜ਼ ਤੇ PM ਦਾ ਪੱਕੇ ਇਰਾਦੇ ਦੇ ਨਾਲ ਹਰ ਘਰ ਸ਼ੁੱਧ ਜਲ ਦਾ ਸੁਪਨਾ ਵੀ ਪੂਰਾ ਹੋਣ ਜਾ ਰਿਹਾ ਹੈ। ਅੱਜ ਨਵਾਂ ਭਾਰਤ ਸਿਰਫ ਸੁਪਨਾ ਹੀ ਨਹੀਂ ਦੇਖ ਰਿਹਾ, ਬਲਕਿ ਉਸ ਨੂੰ ਸਾਕਾਰ ਵੀ ਕਰ ਰਿਹਾ ਹੈ।